ਸਤਿ ਸ਼੍ਰੀ ਅਕਾਲ ਜੀ, ਸਾਰਿਆਂ ਦਾ ਸਵਾਗਤ ਹੈ ਦੇਸ਼ ਪ੍ਰਦੇਸ਼ ਲਾਈਵ ਪ੍ਰੋਗਰਾਮ ਤੁਸੀਂ ਦੇਖ ਰਹੇ ਹੋ ਤੇ ਮੈਂ ਕਵਿਤਾ ਸਿੰਘ ਹਾਜ਼ਰ ਤੇ ਨਾਲ ਸਾਡੇ ਅੱਜ ਦੇ ਸਟੱਡੀ ਵੀਜ਼ਾ ਐਕਸਪਰਟ ਨੇ ਜੀ ਵਿਸ਼ਵਾਸ ਇੰਟਰਨੈਸ਼ਨਲ ਤੋਂ ਮਿਸਟਰ ਮੁਕੇਸ਼ ਸਰ ਜੀ। ਸਤਿ ਸ਼੍ਰੀ ਅਕਾਲ, ਵੈਲਕਮ। ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਵੈਰੀ ਮਚ। ਸੋ ਇਹ ਲਾਈਵ ਪ੍ਰੋਗਰਾਮ ਜੀ ਤੁਹਾਡੇ ਵਾਸਤੇ ਲੈ ਕੇ ਹਾਜ਼ਰ ਐਂਡ ਅੱਜ ਅਸੀਂ ਜਿਹੜੀਆਂ ਨਵੀਆਂ ਅਪਡੇਟਸ ਕੰਟਰੀ ਵਾਈਜ਼ ਜਿਹੜੀਆਂ ਹੈਗੀਆਂ ਨੇ ਜ਼ਰੂਰ ਡਿਸਕਸ ਕਰਾਂਗੇ, ਤੁਹਾਡੀ ਪ੍ਰੋਫਾਈਲਸ ਡਿਸਕਸ ਕਰਾਂਗੇ, ਵੀਜ਼ਾ ਦਾ ਸਿਨੈਰੀਓ ਜਾਣਾਂਗੇ, ਕਿਹੜੀ ਕੰਟਰੀ ਵੀਜ਼ਾ ਦੇ ਰਹੀ ਹੈ ਜਾਂ ਕਿੱਥੇ ਸਾਨੂੰ ਅਪਲਾਈ ਕਰਨ ਦਾ ਹੁਣ ਫਾਇਦਾ ਜਿਹੜਾ ਮਿਲ ਸਕਦਾ ਹੈ। ਸੋ ਫਿਲਹਾਲ ਸ਼ੁਰੂਆਤ ਜਿਹੜੀ ਹੈ ਸਭ ਤੋਂ ਜਿਹੜੀ ਬ੍ਰੇਕਿੰਗ ਅੱਜ ਕੱਲ੍ਹ ਚੱਲ ਰਹੀ ਹੈ ਜੀ, ਸਾਰੇ ਸਟੂਡੈਂਟਸ ਨੂੰ ਵੀ ਆਈ ਐਮ ਸ਼ੋਰ ਕਿ ਹੁਣ ਤਾਂ ਪਤਾ ਲੱਗ ਗਿਆ ਹੋਗਾ ਐਂਡ ਦੈਟ ਇਜ਼ ਕਿ ਆਸਟ੍ਰੇਲੀਆ ਦਾ ਵਾਸਤੇ ਜਿਹੜੇ ਵੇਟ ਕਰ ਰਹੇ ਸੀ ਜੀ, ਉਹ ਵੇਟ ਹੁਣ ਇੰਤਜ਼ਾਰ ਜਿਹੜਾ ਖਤਮ ਹੋ ਚੁੱਕਾ ਹੈ ਐਂਡ ਫਿਲਹਾਲ ਹੁਣ ਸਾਡੇ ਸਟੂਡੈਂਟਸ ਦੇ ਵਾਸਤੇ ਜੀ ਜਿਹੜੇ ਜਿਨ੍ਹਾਂ ਨੇ ਆਸਟ੍ਰੇਲੀਆ ਅਪਲਾਈ ਕਰਨ ਦੇ ਬਾਰੇ ਯਾਨੀ ਕਿ ਤੁਸੀਂ ਸੋਚ ਰਹੇ ਸੀਗੇ, ਤੁਹਾਨੂੰ ਅਪਲਾਈ ਕਰਨ ਦਾ ਮੌਕਾ ਮਿਲੇਗਾ ਹੁਣ। ਇਸ ਦੇ ਨਾਲ ਨਾਲ US ਸਟੱਡੀ ਵੀਜ਼ਾ ਅੱਜ ਵੀ ਕਾਫੀ ਜ਼ਿਆਦਾ ਪ੍ਰਮੋਟ ਹੋ ਰਿਹਾ, ਜਿੱਥੋਂ ਦੇ ਵੀਜ਼ਾ ਸਟੂਡੈਂਟ ਜਿਹੜੇ ਨੇ ਅੱਜ ਵੀ ਹਾਸਲ ਕਰ ਸਕਦੇ ਨੇ ਐਂਡ ਲਾਸਟ ਦੇ ਵਿੱਚ ਅਸੀਂ ਕੈਨੇਡਾ ਨੂੰ ਲੈ ਕੇ ਜੀ ਤੁਹਾਡੇ ਵਾਸਤੇ ਇਨਟੇਕ ਹਲੇ ਵੀ ਅਵੇਲੇਬਲ ਹੈ ਜਾਂ ਫਿਰ ਨਹੀਂ ਹੈ, ਉਹਦੇ ਬਾਰੇ ਡਿਸਕਸ ਕਰਾਂਗੇ ਐਂਡ ਸਾਡੇ ਸਟੂਡੈਂਟਸ ਜਿਹੜੇ ਕਿ ਇਸ ਪ੍ਰੋਗਰਾਮ ਨੂੰ ਦੇਖਦੇ ਨੇ ਸੁਣਦੇ ਨੇ, ਅੱਛਾ ਕਈ ਇੱਦਾਂ ਦੇ ਵਿਦਿਆਰਥੀ ਸੀ, ਇੱਦਾਂ ਦੇ ਦਰਸ਼ਕ ਜਿਨ੍ਹਾਂ ਨੇ ਅਪਲਾਈ ਵੀ ਕੀਤਾ ਵਿਸ਼ਵਾਸ ਇੰਟਰਨੈਸ਼ਨਲ ਦੇ ਥਰੂ, ਉਹਨਾਂ ਦੇ ਵੀਜ਼ਾਸ ਆਏ ਨੇ, ਉਹਨਾਂ ਨੂੰ ਵੀ ਅਸੀਂ ਅੱਜ ਤੁਹਾਡੇ ਨਾਲ ਜ਼ਰੂਰ ਡਿਸਕਸ ਕਰਾਂਗੇ। ਤੁਹਾਡੇ ਨਾਲ ਜਿਹੜਾ ਹੈਗਾ ਜ਼ਰੂਰ ਇਸ ਸ਼ੋਅ ਦੇ ਦੌਰਾਨ ਉਹਨਾਂ ਨੂੰ ਸਾਹਮਣੇ ਰੱਖਾਂਗੇ ਜੀ, ਉਹਨਾਂ ਦਾ ਐਕਸਪੀਰੀਅੰਸ ਜਾਣਾਂਗੇ। ਬਟ ਫਿਲਹਾਲ ਸਟਾਰਟ ਜਿਹੜਾ ਹੈਗਾ ਮੈਂ ਆਸਟ੍ਰੇਲੀਆ ਸਟੱਡੀ ਵੀਜ਼ਾ ਤੋਂ ਕਰਾਂਗੇ। ਸੋ ਮੁਕੇਸ਼ ਸਰ, ਆਸਟ੍ਰੇਲੀਆ फाइनली ओपन हो चुका है जी, वेट जी ਜਿਹੜੀ बिल्कुल that is बिल्कुल over एक now। बहुत लंबा इंतज़ार तो जड़ा है आउटकम आया है और स्टूडेंट्स और पेरेंट्स बहुत खुश हैं, खास तौर पे जड़े काफ़ी टाइम तो पिछले 1.5 साल तो जड़े वीज़ा लैन तो बाद भी स्टूडेंट स्ट्रक हो गए सीगे। अनफॉर्चुनेटली जड़े इत्थे छुट्टियां ते आए सीगे वो भी स्ट्रक हो गए सी। उन्हां दे लई गुड न्यूज़ है कि 1 दसंबर तो गवर्नमेंट ऑफ आस्ट्रेलिया ने अनाउंस कर दिता और इस चीज़ दे चलदे देखो कि मतलब किन्ना एक स्टूडेंट इंतज़ार कर रहा सी, वेट कर रहा सीगा। कल ਦੀ डेट ਦੇ ਵਿੱਚ ਜਿਹੜਾ ਆંકੜਾ ਹੈ ਉਹ 45,000 에ਅਰ ਟਿਕਟਸ ਕੱਲ ਵਿਕੀਆਂ ਨੇ। ਅੱਛਾ, ਗ੍ਰੇਟ ਜੀ ਜੀ। ਸਾਡੇ ਸਟੂਡੈਂਟਸ ਅੱਛਾ ਹੁਣ ਵੀਜ਼ਾ ਦੇ ਵਾਸਤੇ ਲੱਗਦਾ ਵੀ ਹਾਂ ਸਡਨਲੀ ਹੁਣ ਕਰਾਊਡ ਸਟੂਡੈਂਟਸ ਦਾ ਵੇਖਣ ਨੂੰ ਮਿਲੇਗਾ ਅਪਲਾਈ ਕਰਨ ਦੇ ਵਾਸਤੇ। ਦੇਖੋ ਵੀਜ਼ਾ ਸਕਸੈਸ ਰੇਟ ਦੀ ਜਿੱਥੋਂ ਤੱਕ ਗੱਲ ਹੈ, ਵੀਜ਼ਾ ਹਾਲਾਂਕਿ ਹਾਈ ਕਮਿਸ਼ਨ ਨੇ ਬਾਰਡਰਸ ਬੰਦ ਕੀਤੇ ਸੀਗੇ ਬਟ ਐਮਬੈਸੀ ਚੱਲਦੀ ਸੀ, ਵੀਜ਼ਾਸ ਅਪਲਾਈ ਹੋ ਰਹੇ ਸੀ, ਵੀਜ਼ਾ ਆ ਰਿਹਾ ਸੀਗਾ ਬਟ ਨੋ ਡਾਊਟ ਸਟੂਡੈਂਟਸ ਜਿਹੜੇ ਬਹੁਤ ਸਾਰੇ ਸਟੂਡੈਂਟ ਐਸਾ ਇੰਤਜ਼ਾਰ ਕਰ ਰਹੇ ਸੀ, ਦੋਜ਼ ਵਰ ਵੇਟਿੰਗ ਫॉर ਓਪਨਿੰਗ ਦਾ ਬਾਰਡਰਸ, ਕਿਉਂਕਿ ਉਹਨਾਂ ਨੂੰ ਲੱਗਦਾ ਸੀਗਾ ਕਿ ਪਤਾ ਨਹੀਂ ਕਿੰਨਾ ਚਿਰ ਹੋਰ ਹੈ ਔਰ ਰੂਮਰਸ ਵੀ ਸੀ ਕਿ ਮਾਰਕੀਟ 'ਚ ਕੋਈ ਕਹਿੰਦਾ ਸੀਗਾ ਕਿ ਜੀ ਹਲੇ 1 ਸਾਲ ਹੋਰ ਨਹੀਂ ਖੁੱਲ੍ਹਣੇ, 22 ਤੱਕ ਨਹੀਂ ਖੁੱਲ੍ਹਣੇ ਬਾਰਡਰ, 2022 ਤੱਕ ਨਹੀਂ ਖੁੱਲ੍ਹਣੇ, 6 ਮਹੀਨੇ ਲੱਗਣਗੇ। ਬਟ ਚਲੋ ਫਾਈਨਲੀ ਨਾਓ ਨਿਊਜ਼ ਹੈਜ਼ ਕਮ, ਵੀ ਆਰ ਗੋਇੰਗ ਟੂ ਓਪਨ ਫਰੋਮ 1 ਦਸੰਬਰ। ਬੇਸਿਕਲੀ ਅਨਾਊਂਸ ऑफिशियल हो चुके हैं, टिकट्स करा ली हैं लोगों ने, तकरीबन 70-80% बच्चा अपने टिकट्स करवा चुके हैं, 10-20% रह गए वो भी करवा लेगा मैंने लगता जल्दी। बट नो डाउट बहुत सारे ऐसे स्टूडेंट ਜਿਹੜੇ ਬਾਰਡਰ ਕਲੋਜ਼ ਹੋਣ ਦੀ ਵਜ੍ਹਾ ਤੋਂ, ਜਿਹੜੇ ਬਾਰਡਰਸ ਬੰਦ ਹੋਣ ਦੀ ਵਜ੍ਹਾ ਤੋਂ ਆਪਣੇ ਵੀਜ਼ਾ ਨੂੰ ਅਪਲਾਈ ਨਹੀਂ ਕਰ ਰਹੇ ਸੀ, ਹੋਲਡ ਕਰਕੇ ਰੱਖਿਆ ਹੋਇਆ ਸੀਗਾ, ਉਹਨਾਂ ਦੀ ਸਮਝੋ ਕਿ ਹੁਣ ਤੋਂ ਅੱਜ ਤੋਂ ਹੀ ਸ਼ਰਕਤ ਸਟਾਰਟ ਹੋ ਗਈ ਹੈ। ਕੱਲ ਤੋਂ ਇਹ ਨਿਊਜ਼ ਅਨਾਊਂਸ ਹੋਈ ਸੀਗੀ ਔਰ ਅੱਜ ਹੀ ਮੇਰੇ ਖਿਆਲ ਤੋਂ ਆਫਿਸ 'ਚ ਜ਼ਿਆਦਾ ਨਹੀਂ ਤਾਂ ਮੈਂ ਕਹਿੰਦਾ ਕਿ 2 ਕਿ 3 ਇਨਕੁਆਇਰੀਜ਼ ਜਿਹੜੀ ਹੈਗੀਆਂ ਸਾਡੇ ਆਸਟ੍ਰੇਲੀਆ ਨੂੰ ਲੈ ਕੇ ਸੀਗੇ ਔਰ ਈਵਨ ਆਪਾਂ ਇੱਕ ਐਨਰੋਲਮੈਂਟ ਵੀ ਅੱਜ ਆਸਟ੍ਰੇਲੀਆ ਦੀ ਕੀਤੀ ਹੈ। ਤਾਂ ਦਿਸ ਇਜ਼ ਅ ਗੁੱਡ ਨਿਊਜ਼ ਫॉर ਦੋਜ਼ ਸਟੂਡੈਂਟਸ ਦੋਜ਼ ਆਰ ਵਿਲਿੰਗ ਟੂ ਗੋ ਟੂ ਆਸਟ੍ਰੇਲੀਆ ਜੀ। ਅੱਛਾ ਬਟ ਹੁਣ ਜਿਹੜਾ 1-2 ਸਾਲ ਦਾ ਗੈਪ ਹੋ ਗਿਆ, ਜਿਹੜਾ ਵਕਫ ਹੈ ਰਾਈਟ, ਸੋ ਲੱਗਦਾ ਕਿ ਉਹ ਪ੍ਰੋਬਲਮ ਕ੍ਰੀਏਟ ਕਰ ਸਕਦਾ ਆਸਟ੍ਰੇਲੀਆ ਦੇ ਵਾਸਤੇ। ਦੇਖੋ ਜੀ ਕਿਤੇ ਨਾ ਕਿਤੇ ਆਸਟ੍ਰੇਲੀਆ ਗੈਪ ਨੂੰ ਐਕਸੈਪਟ ਨਹੀਂ ਕਰਦਾ, ਇਹ ਚੀਜ਼ ਸਾਰੇ ਬੱਚਿਆਂ ਨੂੰ, ਸਾਰੇ ਸਟੂਡੈਂਟਸ ਨੂੰ, ਸਾਰੇ ਕੰਸਲਟੈਂਟਸ ਨੂੰ ਬਹੁਤ ਚੰਗੀ ਤਰ੍ਹਾਂ ਪਤਾ। ਔਰ ਹਾਂ ਅਗਰ ਗੈਪ ਦੀ ਜਸਟੀਫਿਕੇਸ਼ਨ ਹੈ, ਖਾਸ ਤੌਰ 'ਤੇ ਅਗਰ ਤੁਸੀਂ ਗ੍ਰੈਜੂਏਟ ਸਟੂਡੈਂਟ ਹੋ, ਮਾਸਟਰਸ ਲਈ ਜਾਂ ਪੋਸਟ ਗ੍ਰੈਜੂਏਸ਼ਨ ਪ੍ਰੋਗਰਾਮ ਲਈ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਤੁਹਾਡੇ ਕੋਲ ਗੈਪ ਦੀ ਜਸਟੀਫਿਕੇਸ਼ਨ ਹੈ, ਯੂ ਕੈਨ ਅਪਲਾਈ ਵਿਦ ਦਾ ਗੈਪ ਆਫ ਅਰਾਊਂਡ ਮੋਰ ਦੈਨ 5 years ਲੇਕਿਨ whereas question of 12th ਪਾਸ ਸਟੂਡੈਂਟ ਤਾਂ ਤੁਸੀਂ ਇਹ ਮੰਨ ਕੇ ਚੱਲੋ ਕਿ ਜਿਹੜੇ ਸਟੂਡੈਂਟ 2020 ਪਾਸ ਆਊਟ ਹੈ ਉਹਨਾਂ ਲਈ ਫੈਬਰਰੀ ਇਨਟੇਕ ਕਲਾਸ ਸੁਨਹਿਰੀ ਮੌਕਾ ਹੈ, ਕਿਉਂਕਿ ਇਸ ਤੋਂ ਬਾਅਦ ਕੋਈ ਵੀ ਯੂਨੀਵਰਸਿਟੀਜ਼ ਜਿਹੜਾ ਹੈ 20 ਪਾਸ ਆਊਟ ਸਟੂਡੈਂਟ ਨੂੰ ਨਹੀਂ ਚੱਕੇਗੀ। ਔਰ ਵਿਸ਼ਵਾਸ ਇੰਟਰਨੈਸ਼ਨਲ ਤੁਹਾਨੂੰ, ਕਿਉਂਕਿ ਜਿਸ ਤਰ੍ਹਾਂ ਹੁਣੇ ਤੁਸੀਂ ਦੱਸਿਆ ਔਰ ਇਹ ਹਾਰਡ ਫੈਕਟ ਵੀ ਹੈ ਕਿ ਕਰਾਊਡ ਇੱਕਦਮ ਵਧੇਗਾ, ਰਸ਼ ਬਹੁਤ ਜ਼ਿਆਦਾ ਪਏਗਾ, ਆਫਰ ਲੈਟਰਸ ਨੂੰ ਲੈ ਕੇ ਮਾਰੋਮਾਰੀ ਹੋਏਗੀ, GT ਕ੍ਰਾਈਟੀਰੀਆ ਨਹੀਂ ਬ੍ਰੇਕ ਹੋਏਗਾ ਲੋਕਾਂ ਦਾ। ਬਟ ਵਿਸ਼ਵਾਸ ਇੰਟਰਨੈਸ਼ਨਲ ਦਾ ਪਾਸਟ ਵਿੱਚ ਪੈਂਡੇਮਿਕ ਤੋਂ ਪਹਿਲੇ ਦੀ ਮੈਂ ਗੱਲ ਕਰਦਾ, ਆਸਟ੍ਰੇਲੀਆ 'ਤੇ ਬਹੁਤ ਅੱਛਾ ਹੋਲਡ ਰਿਹਾ। ਠੀਕ ਹੈ, ਆਪਾਂ ਬਹੁਤ ਸਾਰੇ ਸਟੂਡੈਂਟਸ ਦਾ ਵੀਜ਼ਾ ਕਰਵਾਇਆ, ਜਿਹਦੇ ਚਲਦੇ ਕਿ ਮੇਰਾ ਕਹਿਣ ਦਾ ਭਾਵ ਹੈ ਕਿ ਸਾਨੂੰ ਇੱਕ ਵਧੀਆ ਇੱਕ ਤਜਰਬਾ ਆਸਟ੍ਰੇਲੀਆ ਦੇ ਉੱਪਰ, ਬੜਾ ਅੱਛੀ ਕਮਾਂਡ ਹੈ, ਬਹੁਤ ਅੱਛਾ ਹੋਲਡ ਹੈ ਵਿਸ਼ਵਾਸ ਇੰਟਰਨੈਸ਼ਨਲ ਦਾ, ਜਿਹਦੇ ਚਲਦੇ ਮੈਂ ਤੁਹਾਨੂੰ ਕਮੈਂਟ ਕਰਦਾ ਕਿ ਕੁਛ 2-3 ਡੈਸਟੀਨੇਸ਼ਨ ਜਿਸ ਤਰ੍ਹਾਂ ਕਿ ਐਡੀਲੇਡ, ਸਿਡਨੀ, ਮੈਲਬਰਨ ਵਗੈਰਾ ਇੱਦਾਂ ਦੇ ਆਪਸ਼ਨਸ ਹੈਗੇ ਆ ਸਾਡੇ ਕੋਲ,
ਜਿੱਥੇ ਆਪਾਂ ਤੁਹਾਨੂੰ ਵਿਦਿਨ 48 ਆਵਰਸ ਮਤਲਬ ਕਿ 2 ਤੋਂ 3 ਵਰਕਿੰਗ ਡੇਜ਼ ਦੇ ਅੰਦਰ ਅੰਦਰ ਤੁਹਾਨੂੰ ਆਫਰ ਰਿਲੀਜ਼ ਕਰਵਾ ਕੇ ਦੇਵਾਂਗੇ ਓਕੇ ਔਰ ਵਿਦਿਨ 10 ਵਰਕਿੰਗ ਡੇਜ਼ ਤੁਹਾਡਾ ਜੀਟੀ ਕ੍ਰਾਈਟੇਰੀਆ ਮਤਲਬ ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਜਿਹੜੇ ਸਟੂਡੈਂਟ 20 ਪਾਸ ਆਊਟ ਹੈ ਹਲੇ ਤੱਕ ਇੰਤਜ਼ਾਰ ਕਰ ਰਹੇ ਸੀ ਫਲਾਈਟਸ ਖੁੱਲਣ ਦੀ ਵੀਜ਼ਾ ਅਪਲਾਈ ਨਹੀਂ ਕੀਤਾ ਕਿਸੇ ਵੀ ਐਸੇ ਕੰਸਲਟੈਂਟ ਕੋਲ ਅਪਲਾਈ ਕਰਕੇ ਆਪਣਾ ਅਗਰ ਤੁਸੀਂ ਫੈਬ ਇਨਟੇਕ ਮਿਸ ਕਰ ਦਿੰਦੇ ਹੋ ਚਾਹੇ ਕੋਈ ਵੀ ਕੰਪਨੀ XYZ ਮੈਂ ਕਿਸੇ ਦਾ ਨਾਮ ਨਹੀਂ ਲੈਂਦਾ ਕੱਲ ਨੂੰ ਉਹ ਚੀਜ਼ ਸਾਡੇ ਨਾਲ ਵੀ ਹੋ ਸਕਦੀ ਹੈ ਲੇਕਿਨ ਅਗਰ ਤੁਹਾਡਾ ਆਫਰ ਲੈਟਰ ਸੈਪਟੈਂਬਰ ਇਨਟੇਕ ਤੇ ਸਕਿਪ ਕੀਤਾ ਤੇ ਨੋਬਡੀ ਵਿਲ ਐਕਸੈਪਟ ਯੋਰ ਪ੍ਰੋਫਾਈਲ ਵਿਦ ਦਾ 20 ਪਾਸ ਆਊਟ ਠੀਕ ਹੈ ਤਾਂ ਬੈਟਰ ਆਪਸ਼ਨ ਇਹ ਹੈ ਕਿ ਫੈਬਰਰੀ ਲਈ ਜਿਨ੍ਹਾਂ ਨੇ ਅਪਲਾਈ ਕਰਨਾ ਹੈ ਖਾਸ ਤੌਰ ਤੇ ਜਿਹੜੇ 2020 ਪਾਸ ਆਊਟ ਬੱਚੇ ਆ ਉਹਨਾਂ ਨੂੰ ਮੇਰਾ ਇੱਕ ਮੈਸੇਜ ਇਹੀ ਹੈ ਇੱਕ ਰਿਕਮੈਂਡੇਸ਼ਨ ਇਹੀ ਹੈ ਸੁਜੈਸ਼ਨ ਇਹੀ ਹੈ ਕਿ ਉਹ ਜਲਦੀ ਤੋਂ ਜਲਦੀ ਆਪਣੇ ਆਫਰ ਅਪਲਾਈ ਕਰਨ ਔਰ ਖਾਸ ਤੌਰ ਤੇ ਅਗਰ ਤੁਸੀਂ ਸਾਡੇ ਕੋਲ ਆਉਂਦੇ ਹੋ ਤੇ ਮੈਂ ਤੁਹਾਨੂੰ ਗਾਰੰਟੀ ਕਰਦਾ ਕਿ ਤੁਹਾਡਾ ਵਿਦਿਨ 2-3 ਵਰਕਿੰਗ ਡੇਜ਼ ਆਪਾਂ ਆਫਰ ਲੈਟਰ ਜਨਰੇਟ ਕਰ ਦਾਂਗੇ ਉਹ ਵੀ ਕਿਸੇ ਕਾਲਜ ਦੀ ਗੱਲ ਨਹੀਂ ਕਰਦਾ ਮੈਂ ਅਸੈਸਮੈਂਟ ਲੈਵਲ 1 ਦੇ ਇੰਸਟੀਟਿਊਸ਼ਨ ਯੂਨੀਵਰਸਿਟੀਜ਼ ਦੀ ਗੱਲ ਕਰ ਰਿਹਾ ਆਫ ਕੋਰਸ ਸੋ ਫਿਲਹਾਲ ਜੀ ਸਾਰੇ ਸਟੂਡੈਂਟਸ ਜਿਹੜੇ ਕਿ ਆਸਟ੍ਰੇਲੀਆ ਦੇ ਵਾਸਤੇ ਇੰਤਜ਼ਾਰ ਕਰ ਰਹੇ ਸੀਗੇ ਸੋ ਹੁਣ ਪ੍ਰੋਪਰਲੀ ਯਾਨੀ ਕਿ ਉਹਨਾਂ ਨੇ ਬਾਰਡਰ ਵੀ ਹੁਣ ਤਾਂ ਓਪਨ ਕਰ ਦਿੱਤੇ ਨੇ ਸੋ ਅਸੀਂ ਇਸ ਚੀਜ਼ ਦੇ ਗੱਲ ਦਾ ਇੰਤਜ਼ਾਰ ਦੇ ਵਿੱਚ ਸੀਗੇ ਬਿਕੋਜ਼ ਹਾਲਾਂਕਿ ਐਮਬੈਸੀ ਪਹਿਲਾਂ ਤੋਂ ਹੀ ਕੰਮ ਕਰ ਰਹੀ ਸੀਗੀ ਬਟ ਫਿਰ ਵੀ ਕਿਤੇ ਨਾ ਕਿਤੇ ਵੀ ਹਾਂਜੀ ਜਦੋਂ ਤੱਕ ਪ੍ਰੋਪਰਲੀ ਸਭ ਕੁਝ ਸਟਾਰਟ ਨਹੀਂ ਹੋ ਜਾਂਦਾ ਜਾਂ ਨਾਰਮਲ ਨਹੀਂ ਹੋ ਜਾਂਦਾ ਮਾਈਟ ਬੀ ਦਿਸ ਇਜ਼ ਦਾ ਰੀਜ਼ਨ ਕਿ ਹਾਂਜੀ ਸਟੂਡੈਂਟ ਜਿਹੜੇ ਨੇ ਉਹ ਐਡਮਿਸ਼ਨ ਨਹੀਂ ਸੀ ਲੈ ਰਹੇ ਜਿੱਥੇ ਕੈਨੇਡਾ ਦੇ ਵਿੱਚ ਕਿ ਜਦੋਂ ਅਪਲਾਈ ਕੀਤਾ ਰਾਈਟ ਵੱਡੇ ਨੰਬਰ ਦੇ ਵਿੱਚ ਸਟੂਡੈਂਟਸ ਨੇ ਰਾਈਟ ਫਿਰ ਰਿਜੈਕਸ਼ਨਸ ਬਹੁਤ ਆਈਆਂ ਸੀਗੀਆਂ ਸੋ ਮਾਈਟ ਬੀ ਕਿ ਇਦਾਂ ਆਸਟ੍ਰੇਲੀਆ ਦੇ ਵਿੱਚ ਵੀ ਦੇਖਣ ਨੂੰ ਮਿਲੇ ਕਿ ਹਾਂਜੀ ਸਾਰਿਆਂ ਨੇ ਅਪਲਾਈ ਕਰ ਦਿੱਤਾ ਬਟ ਐਂਡ ਆਫ ਦਾ ਡੇ ਰਿਜ਼ਲਟ ਕੀ ਮਿਲਿਆ ਦੇਖੋ ਇਹ ਨਾ ਟ੍ਰੈਂਡ ਹੈ ਪੰਜਾਬੀਆਂ ਦਾ ਕਿ ਵੀ ਜਿਹੜੀ ਚੀਜ਼ ਦੇ ਇੱਕ ਵਾਰ ਪਿੱਛੇ ਪੈ ਜਾਂਦੇ ਉਹਦਾ ਸਿਰਾ ਕੱਢ ਕੇ ਹਟਦੇ ਆ ਠੀਕ ਹੈ ਤੇ ਨੋ ਡਾਊਟ ਇਹ ਚੀਜ਼ ਕਿਤੇ ਨਾ ਕਿਤੇ ਆਸਟ੍ਰੇਲੀਆ ਕੈਨੇਡਾ ਈਵਨ UK ਕਿਸੇ ਵੀ ਕੰਟਰੀ 'ਚ ਪਾਸਟ ਦੇਖੋ ਅੱਜ ਦੇ ਡੇਟ 'ਚ ਅਮਰੀਕਾ ਦਾ ਵੀ ਇਹ ਹਾਲ ਹੈ US ਦੇ ਅੰਦਰ ਵੀ ਅੱਜ ਯੂਨੀਵਰਸਿਟੀਜ਼ ਪੈਕ ਹੈ ਐਂਡ ਵੀ ਆਰ ਨਾਟ ਗੈਟਿੰਗ I-20s ਫॉर ਜਨ ਇਨਟੇਕ ਓਕੇ ਤੇ ਬੇਸਿਕਲੀ ਕੀ ਇਹ ਮੁੱਦਾ ਕਿ ਉਹੀ ਗੱਲ ਹੈ ਕਿ ਜਿਹੜੇ ਬੱਚੇ ਆਸਟ੍ਰੇਲੀਆ ਜਿਨ੍ਹਾਂ ਦਾ ਡ੍ਰੀਮ ਡੈਸਟੀਨੇਸ਼ਨ ਕੁਝ ਪ੍ਰੈਫਰੈਂਸ ਹੁੰਦੀ ਹੈ ਬੱਚੇ ਦੀ ਕਿ ਜਿਹਨੇ ਆਸਟ੍ਰੇਲੀਆ ਜਾਣਾ ਉਹਨੇ ਆਸਟ੍ਰੇਲੀਆ ਹੀ ਜਾਣਾ ਸੀਗਾ 2-3 ਗੱਲਾਂ ਧਿਆਨ ਰੱਖਣ ਵਾਲੀਆਂ ਇੱਕ ਤਾਂ ਜਿੰਨੀ ਜਲਦੀ ਆਪ ਦਾ ਆਫਰ ਅਪਲਾਈ ਕਰਕੇ ਵੀਜ਼ਾ ਪੁੱਟ ਕਰੋਗੇ ਹਾਈ ਕਮਿਸ਼ਨ 'ਚ ਤੁਹਾਡੇ ਰਿਜ਼ਲਟ ਵਧੀਆ ਰਹਿਣਗੇ ਦੂਸਰਾ ਯੂਨੀਵਰਸਿਟੀ ਔਰ ਕੋਰਸ ਦੀ ਚੋਇਸ ਜਿਹੜੀ ਹੈ ਬੜੇ ਧਿਆਨ ਨਾਲ ਕਰਨ ਦੀ ਲੋੜ ਹੈ ਤੀਸਰਾ ਤੁਹਾਡਾ ਕੰਸਲਟੈਂਟ ਹੀ ਔਰ ਸ਼ੀ ਮਸਟ ਬੀ ਐਕਸਪੀਰੀਅੰਸਡ ਵਨ ਤੇ ਇਹ 2-3 ਚੀਜ਼ਾਂ ਅਗਰ ਤੁਸੀਂ ਧਿਆਨ ਰੱਖੋਗੇ ਤੇ ਤੁਹਾਡਾ ਰਿਜੈਕਸ਼ਨ ਰੇਟ ਲਗਭਗ ਨਾ ਦੇ ਬਰਾਬਰ ਰਹੇਗਾ ਚਲੋ ਸੋ ਹੁਣ ਪੈਕੇजेस ਨੂੰ ਲੈ ਕੇ ਕੀ ਕਹਿਣਾ ਯਾਨੀ ਕਿ ਪੈਕੇਜ ਦੇ ਵਿੱਚ ਤੁਸੀਂ ਹੁਣ ਵੀ ਡੀਲ ਕਰੋਗੇ ਆਸਟ੍ਰੇਲੀਆ ਨੂੰ ਲੈ ਕੇ ਜਾਂ ਕਿਉਂਕਿ ਹੁਣ ਕਈ ਐਡ ਸਟਾਰਟ ਹੋ ਜਾਣੇ ਨਾ ਹਰ ਇੱਕ ਨੇ ਆਸਟ੍ਰੇਲੀਆ ਤਾਂ ਹੁਣ ਸੇਲ ਹੀ ਕਰਨਾ ਹੋ ਗਿਆ ਬਿਲਕੁਲ ਪਰ ਕੀ ਹੈ ਕਿ ਅਗਰ ਇਹ ਚੀਜ਼ ਮੈਂ ਤੁਹਾਨੂੰ 3 ਐਗਜ਼ਾਮਪਲ ਦੇਣਾ ਕੈਨੇਡਾ ਨੂੰ ਛੋੜ ਕੇ ਕੈਨੇਡਾ ਇੱਕ ਇਦਾਂ ਦਾ ਕੰਟਰੀ ਹੈ ਜਿਹਦੇ ਅੰਦਰ ਕੋਈ ਕੰਪਲਿਕੇਸ਼ਨਸ ਨਹੀਂ ਹੈ ਬੜਾ ਸਟ੍ਰੇਟ ਫਾਰਵਰਡ ਜਿਹਾ ਕੰਮ ਹੈ ਆਫਰ ਲੈਟਰ ਲਈ ਫੀਸ ਭਰੀ GIC ਭਰੀ ਮੈਡੀਕਲ ਕਰਵਾਇਆ ਫਾਈਲ ਐਮਬੈਸੀ ਚ SOP ਬਣਾ ਕੇ ਨਥਿੰਗ ਐਲਸ ਬਟ ਜਿਸ ਤਰ੍ਹਾਂ ਕਿ UK ਹੈ UK ਦਾ ਕੈਸ਼ ਲੈਟਰ ਲੈਣ ਲਈ ਬਹੁਤ ਜਦੋਜਹਿਦ ਕਰਨੀ ਪੈਂਦੀ ਹੈ ਇਸ ਤਰ੍ਹਾਂ ਹੀ ਜਿਹੜਾ GT ਕ੍ਰਾਈਟੇਰੀਆ ਤੋੜਨ ਵਾਸਤੇ ਫੰਡਸ ਦੀ ਅਪਰੂਵਲ ਐਕਸਪੀਰੀਅੰਸ ਦੇ ਸਰਟੀਫਿਕੇਟਸ ਦੀ ਵੈਰੀਫਿਕੇਸ਼ਨ ਹੈ ਬੈਂਕਸ ਦੀ ਵੈਰੀਫਿਕੇਸ਼ਨ ਹੈ ਅਕੈਡਮਿਕ ਸਕੋਰ ਦੀ ਵੈਰੀਫਿਕੇਸ਼ਨ ਹੈ ਔਰ ਤੁਹਾਡਾ ਇੰਟਰਵਿਊ ਦਾ ਪਾਰਟ ਹੈ ਯੂਨੀਵਰਸਿਟੀ ਦਾ ਮਤਲਬ ਵਿਚ ਵਿਲ ਟੇਕ ਟਾਈਮ ਆਫ ਅਪ ਟੂ 2 ਮੰਥਸ ਔਰ ਇਹ ਬੜਾ ਨਾ ਕੰਪਲਿਕੇਟਡ ਪ੍ਰੋਸੈਸ ਹੁੰਦਾ ਔਰ ਕਈ ਵਾਰ ਕੀ ਹੁੰਦਾ ਹੈ ਸਟੂਡੈਂਟਸ ਨੇ ਮੋਸਟ ਆਫ ਦਾ ਸਟੂਡੈਂਟਸ ਜਿਹੜੇ ਆ ਉਹਨਾਂ ਨੇ ਫੰਡਸ ਅਰੇਂਜ ਕੀਤੇ ਹੁੰਦੇ ਇੰਟਰਸਟ ਤੇ GT ਕ੍ਰਾਈਟੇਰੀਆ ਨਹੀਂ ਟੁੱਟਿਆ ਅਗਰ ਮੈਂ UK ਦੀ ਗੱਲ ਕਰਾਂ ਕੈਸ਼ ਲੈਟਰ ਨਹੀਂ ਆਇਆ ਫੰਡਸ ਦਾ ਇੰਟਰਸਟ ਚਲਾ ਗਿਆ ਤਾਂ ਵਿਸ਼ਵਾਸ ਇੰਟਰਨੈਸ਼ਨਲ ਇਜ਼ ਦਾ ਓਨਲੀ ਕੰਪਨੀ ਇਨਟੂ ਇੰਡਸਟਰੀ ਜਿਹੜੇ ਕਿ ਤੁਹਾਨੂੰ ਇਹ ਆਪਸ਼ਨ ਦਿੰਦੇ ਆ ਕਿ ਤੁਸੀਂ ਫੰਡਿੰਗ ਦੇ ਹਾਈ ਕਮਿਸ਼ਨ ਦੀ ਫੀਸ ਦੇ ਇੰਸ਼ੋਰੈਂਸ ਦੇ ਕਿਸੇ ਵੀ ਚੀਜ਼ ਦੇ ਕੋਈ ਪੈਸੇ ਐਡਵਾਂਸ ਨਹੀਂ ਦੇਣਾ ਈਵਨ ਫॉर ਆਸਟ੍ਰੇਲੀਆ ਔਰ ਫॉर UK ਔਰ ਫॉर US ਐਜ਼ ਵੈਲ ਗ੍ਰੇਟ ਸੋ ਫਿਲਹਾਲ ਯਾਨੀ ਕਿ ਪੈਕੇਜ ਜਿਹੜਾ ਹੈਗਾ ਉਹਦੇ ਵਿੱਚ ਡੀਲ ਕਰ ਸਕਦੇ ਨੇ ਸਾਡੇ ਔਰ ਉਹ ਵੀ ਜਿਹੜੇ ਇੱਕ ਹੋਰ ਸਪੈਸ਼ਲਿਟੀ ਵਿਸ਼ਵਾਸ ਇੰਟਰਨੈਸ਼ਨਲ ਦੀ ਇਹ ਹੈ ਕਿ ਜਿਹੜਾ ਤੁਹਾਡੇ ਪੈਕੇਜ ਦੀ ਕਾਸਟ ਹੋਏਗੀ ਜਿਹੜੀ ਕੋਟਿੰਗ ਹੋਏਗੀ ਪ੍ਰਾਈਸ ਦਾ ਤੁਹਾਨੂੰ ਕੋਟ ਕੀਤਾ ਜਾਏਗਾ ਉਹ ਵੀ ਤੁਹਾਡਾ ਇੱਕ ਬੜਾ ਰੀਜ਼ਨੇਬਲ ਜਿਹਾ ਅਮਾਉਂਟ ਤੁਹਾਨੂੰ ਕੋਟ ਕੀਤਾ ਜਾਂਦਾ ਐਸਾ ਨਹੀਂ ਹੈ ਕਿ 5-7-10 ਲੱਖ ਰੁਪਏ ਦਾ ਮਾਰਜਨ ਰੱਖ ਲਿਆ ਇੱਕ ਸਟੂਡੈਂਟ ਦੇ ਉੱਪਰ ਨਥਿੰਗ ਲਾਈਕ ਦੈਟ ਓਕੇ ਅੱਛਾ ਪ੍ਰੋਫਾਈਲ ਦੇਖੋਗੇ ਸਟੂਡੈਂਟ ਦੀ ਇਸ ਵਾਰੀ ਅਪਲਾਈ ਕਰਨ ਦੇ ਵਾਸਤੇ ਆਲਵੇਜ਼ ਐਜ਼ ਯੂਜੂਅਲ ਆਲਵੇਜ਼ ਬਿਕਾਜ਼ if you are not able to get offer letter for XYZ student ਤਾਂ ਮਤਲਬ there is no use to IELTS ਦਾ ਸਕੋਰ ਜਾਂ PT ਵਾਲੇ ਸਟੂਡੈਂਟਸ ਔਰ ਇਹ ਨਹੀਂ ਕਿ ਠੀਕ ਹੈ ਜੀ ਚਾਹੇ ਰਿਜੈਕਸ਼ਨ ਵਾਲੇ ਸੀ ਜਿਨ੍ਹਾਂ ਦੀ ਕੈਨੇਡਾ ਤੋਂ ਨਹੀਂ ਆਏ ਵੀਜ਼ਾ ਤਾਂ ਉਹ ਵੀ ਆ ਕੈਨੇਡਾ ਤੋਂ ਵੀਜ਼ਾ ਨਹੀਂ ਆਏ ਹਾਂ ਤੁਸੀਂ ਗ੍ਰੈਜੂਏਟ ਸਟੂਡੈਂਟ ਹੋ ਤੁਹਾਡਾ 2-4-5 ਸਾਲ ਦਾ ਗੈਪ ਹੈ ਤੁਸੀਂ ਕਿਸੇ ਵੀ ਕੰਟਰੀ ਤੋਂ ਪ੍ਰੋਫਾਈਲ ਤੁਹਾਡਾ ਲੋ ਹੈ ਬਿਲੋ ਐਵਰੇਜ ਹੈ ਐਵਰੇਜ ਹੈ ਸਾਡੀ ਟੀਮ ਨੂੰ ਇੱਕ ਵਾਰੀ ਸੰਪਰਕ ਜ਼ਰੂਰ ਕਰੋ
ਬਟ ਜੇਕਰ ਤੁਸੀਂ 12th ਪਾਸ ਸਟੂਡੈਂਟ ਹੋ, ਤੁਸੀਂ 19 ਪਾਸ ਆਊਟ ਹੋ, 20 ਔਨਵਰਡਸ ਵਾਲੇ ਨੂੰ ਐਕਸੈਪਟ ਕਰਨਗੀ ਯੂਨੀਵਰਸਿਟੀਜ਼, ਕਾਲਜਸ ਜਾਂ ਜਿਹੜੇ ਅਸੈਸਮੈਂਟ ਲੈਵਲ 1 ਦੇ ਹਾਇਰ ਐਜੂਕੇਸ਼ਨ ਪ੍ਰੋਵਾਈਡਰ ਹੈ। ਉਸ ਤੋਂ ਇਲਾਵਾ ਡਿਪਲੋਮਾ ਦੇ ਅੰਦਰ ਮੈਂ ਤੁਹਾਨੂੰ ਰਿਕਮੈਂਡ ਨਹੀਂ ਕਰਦਾ, ਚਾਂਸਿਸ ਆਰ 50-50 ਟੂ ਗੈਟ ਵੀਜ਼ਾ। 2019 +2 ਪਾਸ ਆਊਟ ਬੱਚਾ ਕਾਈਂਡਲੀ ਸਾਨੂੰ ਸੰਪਰਕ ਨਾ ਕਰੇ, ਬਟ ਜੇਕਰ ਤੁਸੀਂ 2020 ਜਾਂ 21 ਪਾਸ ਆਊਟ ਹੋ ਜਾਂ ਫਿਰ 15 ਔਨਵਰਡਸ ਤੁਸੀਂ ਗ੍ਰੈਜੂਏਸ਼ਨ ਤੋਂ ਬਾਅਦ ਤੁਹਾਡਾ ਗੈਪ ਹੈ, ਯੂ ਆਰ ਮੋਸਟ ਵੈਲਕਮ ਟੂ ਅਪਲਾਈ ਫॉर ਆਸਟ੍ਰੇਲੀਆ। ਜੀ ਅਗਰ ਹੁਣ ਚਾਂਸ ਇਸ ਵਾਰੀ ਵੀ ਮਿਸ ਹੋ ਗਿਆ ਸਟੂਡੈਂਟਸ ਤੋਂ, ਵਾਟ ਡੂ ਯੂ ਥਿੰਕ? ਦੇਖੋ, ਐਜ਼ ਆਈ ਟੋਲਡ ਯੂ ਅਰਲੀਅਰ, ਸਟੂਡੈਂਟਸ ਦੋਜ਼ ਵਾਂਟ ਟੂ ਅਪਲਾਈ ਫॉर ਫੈਬਰਰੀ ਇਨਟੇਕ ਔਰ ਪਾਸਿੰਗ ਈਅਰ ਉਹਨਾਂ ਦਾ 2020 ਪਾਸ ਆਊਟ ਹੈ, ਉਹਨਾਂ ਦੇ ਲਈ ਇਹ ਲਾਸਟ ਚਾਂਸ ਹੈ। ਔਰ ਮੈਂ ਉਹਨਾਂ ਨੂੰ ਦੁਬਾਰਾ ਤੋਂ ਇਹੀ ਗੱਲ ਰਿਪੀਟ ਕਰਾਂਗਾ ਕਿ ਸਾਡੇ ਕੋਲ ਅੱਜ ਵੀ ਇੱਦਾਂ ਦੀ ਯੂਨੀਵਰਸਿਟੀਜ਼ ਹੈ, ਇਹ ਕੋਈ ਛੋਟੀ ਗੱਲ ਨਹੀਂ ਹੈ। ਅਗਰ ਪ੍ਰੋਡਕਟ ਦੇ ਉੱਪਰ ਵਿਸ਼ਵਾਸ ਇੰਟਰਨੈਸ਼ਨਲ ਦਾ ਹੋਲਡ ਹੈ, ਮੈਂ ਤਾਂ ਹੀ ਇੰਨੇ ਦਾਅਵੇ ਨਾਲ ਇਹ ਗੱਲ ਇੱਥੇ ਬੈਠ ਕੇ ਕਹਿ ਰਹੇ ਹਾਂ ਇਸ ਮੰਚ ਤੇ ਕਿ ਅਸੀਂ 24 ਤੋਂ 48 ਘੰਟੇ ਦੇ ਵਿੱਚ ਤੁਹਾਡੀ ਆਫਰ ਲੈਟਰ ਜਨਰੇਟ ਕਰਕੇ ਦੇਵਾਂਗੇ ਜੀ। ਸੋ ਫਿਲਹਾਲ ਜੀ ਆਸਟ੍ਰੇਲੀਆ ਦੀ ਕਿਉਂਕਿ ਗੱਲ ਚੱਲ ਰਹੀ ਹੈ ਤੇ ਰੀਸੈਂਟਲੀ ਵੀਜ਼ਾਸ ਵੀ ਜਿਹੜੇ ਹੈਗੇ ਨੇ ਹਾਸਲ ਕੀਤੇ ਨੇ ਸਾਡੇ ਵਿਦਿਆਰਥੀਆਂ ਨੇ ਜਿਨ੍ਹਾਂ ਨੇ ਵਿਸ਼ਵਾਸ ਇੰਟਰਨੈਸ਼ਨਲ ਦੇ ਥਰੂ ਅਪਲਾਈ ਕੀਤਾ ਸੀ। ਸੋ ਫਿਲਹਾਲ ਉਹਨਾਂ ਸਟੂਡੈਂਟਸ ਦੇ ਨਾਲ ਅਸੀਂ ਤੁਹਾਨੂੰ ਮਿਲਵਾਉਣ ਜਾ ਰਹੇ ਹਾਂ ਜੀ ਸਾਡੇ ਦੇਸ਼ ਪ੍ਰਦੇਸ਼ ਲਾਈਵ ਦੇ ਇਸ ਸ਼ੋਅ ਦੇ ਵਿੱਚ, ਤੇ ਇਹਨਾਂ ਸਟੂਡੈਂਟਸ ਇਹਨਾਂ ਵਿਦਿਆਰਥੀਆਂ ਤੋਂ ਬਾਅਦ ਅਸੀਂ ਗੱਲ ਕਰਾਂਗੇ ਜੀ ਕੈਨੇਡਾ ਦੀ, ਜੋ ਤੁਹਾਡੇ ਵਾਸਤੇ ਇੱਕ ਹੋਰ ਬਹੁਤ ਵੱਡੀ ਗੁੱਡ ਨਿਊਜ਼ ਲੈ ਕੇ ਆਇਆ। ਸੋ ਉਹ ਕੀ ਹੈ ਜੀ, ਉਹ ਜਾਣਾਂਗੇ ਇਹਨਾਂ ਸਟੂਡੈंट्स ਨੂੰ सुनने तो बाद। मेरा नाम सोनिया रानी है और मैं चीका से बिलोंग करती हूँ। मेरा स्टडी में 3 साल का गैप है और आज मेरा यूके स्टडी वीज़ा है विद स्पाउस विदाउट आइल्स, और हमने सारी पेमेंट आफ्टर वीज़ा की है। और मैं विश्वास इंटरनेशनल की पूरी टीम को बहुत बहुत थैंक यू कहती हूँ। Hello everyone, this is Diksha Chugh. I'm from Yamunanagar. I got my study visa, UK study visa today with the help of Vishwas International. Even I'm having 7 years of gap, still I got my visa and I have paid all the payment after my visa. Thank you so much. The team is very cooperative and supportive. Thank you so much. Hi, my name is Sagar. I am from Rajpura. I had 8 years of study gap. Still, I got my student visa along with my spouse. Her brother referred me to Vishwas International, who is already studying in UK and went through Vishwas International. We paid all fees after visa and are very happy with the services provided by ਵਿਸ਼ਵਾਸ ਇੰਟਰਨੈਸ਼ਨਲ। ਥੈਂਕ ਯੂ। ਸੋ ਫਿਲਹਾਲ ਜੀ ਇਹ ਸਨ ਸਾਡੇ ਉਹ ਸਾਰੇ ਖੁਸ਼ਕਿਸਮਤ ਸਟੂਡੈਂਟਸ ਜਿਨ੍ਹਾਂ ਦਾ ਵੀਜ਼ਾਸ ਆ ਗਏ ਨੇ ਜੀ, ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਐਂਡ ਆਈ ਐਮ ਸ਼ੋਰ ਕਿ ਇੱਕ ਚੰਗੀ ਐਡਵਾਈਸ ਦੇ ਨਾਲ ਹੁਣ ਤੁਹਾਨੂੰ ਵੀ ਮੌਕਾ ਹੈ ਕਿ ਤੁਸੀਂ ਵੀ ਅਪਲਾਈ ਕਰੋ ਤੇ ਆਪਣੇ ਜਿਹੜੇ ਸੁਪਨੇ ਨੇ ਜੀ ਉਹਨਾਂ ਨੂੰ ਪੂਰਾ ਕਰ ਸਕਦੇ ਹੋ। ਫਿਲਹਾਲ ਦੇਸ਼ ਪ੍ਰਦੇਸ਼ ਲਾਈਵ ਪ੍ਰੋਗਰਾਮ ਤੁਸੀਂ ਦੇਖ ਰਹੇ ਹੋ ਜੀ, ਤੇ ਵਿਸ਼ਵਾਸ ਇੰਟਰਨੈਸ਼ਨਲ ਤੋਂ ਮਿਸਟਰ ਮੁਕੇਸ਼ ਨੇ ਸਾਡੇ ਅੱਜ ਦੇ ਸਟੱਡੀ ਵੀਜ਼ਾ ਐਕਸਪਰਟ। ਆਸਟ੍ਰੇਲੀਆ ਨੂੰ ਲੈ ਕੇ ਹਾਲੇ ਵੀ ਕੋਈ ਵੀ ਮਨ ਦੇ ਵਿੱਚ ਸਵਾਲ ਹੈਗਾ ਕਿਸੇ ਵੀ ਚੀਜ਼ ਨੂੰ ਲੈ ਕੇ, ਚਾਹੇ ਇਕੱਲਿਆਂ ਨੇ ਤੁਸੀਂ ਅਪਲਾਈ ਕਰਨਾ ਜਾਂ ਸਪਾਊਸ ਦੇ ਨਾਲ ਜਾਣਾ, ਤਾਂ ਤੁਹਾਡੇ ਵਾਸਤੇ ਇਹ ਮੌਕਾ ਕਿ ਤੁਸੀਂ ਇਹਨਾਂ ਨੰਬਰਸ ਦੇ ਉੱਤੇ ਕਾਲ ਜ਼ਰੂਰ ਕਰ ਸਕਦੇ ਹੋ, ਕਿਉਂਕਿ ਕਾਫੀ ਜਿਹੜਾ ਤਜਰਬਾ ਇਸ ਇੰਡਸਟਰੀ ਦੇ ਵਿੱਚ ਵਿਸ਼ਵਾਸ ਇੰਟਰਨੈਸ਼ਨਲ ਤੋਂ ਮਿਸਟਰ ਮੁਕੇ ਜੋ ਕਿ ਆਸਟ੍ਰੇਲੀਆ ਦੇ ਵਿੱਚ ਵੀ ਡੀਲ ਕਰਦੇ ਆ ਰਹੇ ਨੇ। ਸੋ US ਸਟੱਡੀ ਵੀਜ਼ਾ, ਸੋ ਤੁਸੀਂ ਕਿਹਾ ਵੀ ਹੁਣ ਜਿੱਦਾਂ I-20 ਵੀ ਲੇਟ ਆ ਰਹੀਆਂ ਨੇ, ਸੋ ਇੱਕ ਕਿਤੇ ਨਾ ਕਿਤੇ ਰਸ਼ ਜਿਹੜਾ ਹੈਗਾ ਉਹ ਬਹੁਤ ਜ਼ਿਆਦਾ ਮੈਟਰ ਕਰਦਾ, ਰਾਈਟ? ਕਿ ਜਦੋਂ ਕੁਆਂਟੀਟੀ ਕਾਫੀ ਜ਼ਿਆਦਾ ਹੋ ਜੇ ਤਾਂ ਕਿਤੇ ਨਾ ਕਿਤੇ ਫਿਰ ਕੁਆਲਿਟੀ ਉਸ ਚੀਜ਼ ਨੂੰ ਨਿਕਾਲਣਾ ਕਿਤੇ ਨਾ ਕਿਤੇ ਕੰਟਰੀਜ਼ ਵਾਸਤੇ ਵੀ ਔਖਾ ਹੈ, ਰਾਈਟ? ਸੋ ਹੁਣ US ਸਟੱਡੀ ਵੀਜ਼ਾ ਯਾਨੀ ਵਿਦਆਊਟ ਆਇਲਸ ਅਪਲਾਈ ਕਰਨ ਦਾ ਕੋਈ ਫਾਇਦਾ ਹੈ ਜਾਂ ਫਿਰ ਕਿ ਠੀਕ ਹੈ ਜੀ ਨਾਰਮਲੀ? ਨਹੀਂ, ਦੇਰ ਆਰ ਸਰਟੇਨ ਯੂਨੀਵਰਸਿਟੀਜ਼ ਜਿਨ੍ਹਾਂ ਦੇ ਵਿੱਚ ਦੋਜ਼ ਆਰ ਐਕਸੈਪਟਿੰਗ ਦਾ ਸਟੂਡੈਂਟਸ ਵਿਦਆਊਟ ਆਇਲਸ ਐਜ਼ ਵੈਲ। ਔਰ ਜਿਸ ਤਰ੍ਹਾਂ ਕਿ ਮੈਂ ਅਗਲੇ ਪਹਿਲਾਂ ਵੀ ਕੁਝ ਸ਼ੋਜ਼ ਦੇ ਵਿੱਚ ਇਹ ਚੀਜ਼ ਤੁਹਾਨੂੰ ਡਿਸਕਲੋਜ਼ ਕੀਤੀ ਹੈ ਸਟੂਡੈਂਟਸ ਨੂੰ ਕਿ I-20 ਲੈਣ ਤੋਂ ਬਾਅਦ ਸਾਰਾ ਦਾ ਸਾਰਾ ਜਿਹੜਾ ਰਿਜ਼ਲਟ ਡਿਪੈਂਡ ਕਰਦਾ ਐਟ ਦਾ ਟਾਈਮ ਆਫ ਇੰਟਰਵਿਊ, ਹਾਊ ਸਟੂਡੈਂਟ ਵਿਲ ਪਰਫਾਰਮ ਐਟ ਦਾ ਟਾਈਮ ਆਫ ਇੰਟਰਵਿਊ। ਉਹਦਾ ਕੌਨਫੀਡੈਂਸ ਲੈਵਲ ਕਿੱਦਾਂ ਦਾ, ਉਹਦਾ IQ ਲੈਵਲ ਕਿੱਦਾਂ ਦਾ, ਉਹਦੀ ਪਰਸਨੈਲਿਟੀ ਕਿੱਦਾਂ ਦੀ ਹੈ, ਫਲੂਐਂਸੀ ਵੀ ਨੋ ਡਾਊਟ ਮੈਟਰ ਕਰਦੀ, ਯੂਨੀਵਰਸਿਟੀ ਦੀ ਚੋਇਸ, ਤੁਹਾਡਾ DS-160 ਕਿੱਦਾਂ ਦਾ ਫਿਲ ਕੀਤਾ ਹੋਇਆ, ਉਹ ਸਾਰੀਆਂ ਚੀਜ਼ਾਂ ਮੈਟਰ ਕਰਦੀਆਂ। ਬਟ ਅਗਰ ਜੇਕਰ ਸਟੂਡੈਂਟ ਦੀ ਦਾ ਕੌਨਫੀਡੈਂਸ ਲੈਵਲ, ਇਹ ਜਿਹੜੇ ਕੁਆਲਿਟੀਜ਼ ਜਿਹੜੇ ਮੈਂ ਦੱਸੀਆਂ ਸਟੂਡੈਂਟਸ ਦੇ ਅੰਦਰ ਹੈਗੀਆਂ, ਤੇ ਆਇਲਸ ਮੈਟਰ ਨਹੀਂ ਕਰਦੀ ਕੋਈ ਬਹੁਤ ਜ਼ਿਆਦਾ, ਬਟ ਹਾਂ ਨੋ ਡਾਊਟ ਯੂਨੀਵਰਸਿਟੀ ਦਾ ਰੈਂਕ ਜਿਹੜਾ ਉਹ ਜ਼ਰੂਰ ਮੈਟਰ ਕਰਦਾ ਜੀ। ਸੋ US ਸਟੱਡੀ ਵੀਜ਼ਾ ਅੱਜ ਵੀ ਯਾਨੀ ਕਿ ਤੁਸੀਂ ਅਪਲਾਈ ਕਰ ਸਕਦੇ ਹੋ। ਕੁਝ ਖਾਸ ਕੁਝ US ਸਟੱਡੀ ਵੀਜ਼ਾ ਨੂੰ ਲੈ ਕੇ? ਦੇਖੋ, ਇੱਕ ਖਾਸ ਅਨਾਉਂਸਮੈਂਟ ਮੈਂ ਇੱਥੇ ਸਟੂਡੈਂਟਸ ਲਈ ਕਰਨਾ ਚਾਹਾਂਗਾ। ਉਹ ਸਟੂਡੈਂਟ ਜਿਹੜੇ ਕਿ BTech BCA ਜਾਂ ਕਿਸੇ ਵੀ ਟੈਕਨੀਕਲ ਬੈਕਗਰਾਊਂਡ ਤੋਂ ਗ੍ਰੈਜੂਏਟ ਕੀਤੇ ਹੋਏ ਆ ਉਹਨਾਂ ਦਾ, ਔਰ ਉਹ ਸਟੂਡੈਂਟ ਅਗਰ ਵਿਸ਼ਵਾਸ ਇੰਟਰਨੈਸ਼ਨਲ ਦੇ ਥਰੂ ਆਪਣਾ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਆ US ਦਾ, ਤੁਹਾਨੂੰ ਮੈਂ ਫੁੱਲ ਪੇਮੈਂਟ ਆਫਟਰ ਵੀਜ਼ਾ ਦੀ ਜਿਹੜੀ ਆਪਸ਼ਨਸ ਤੁਹਾਨੂੰ ਦਿੱਤੀ ਜਾਂਦੀ ਹੈ। ਨਾ ਤੁਹਾਨੂੰ ਸਰਵਿਸ ਫੀਸ ਦੇਣੀ ਹੈ, ਨਾ I-20 ਦੀ ਫੀਸ ਦੇਣੀ ਹੈ, ਨਾ ਐਮਬੈਸੀ ਫੀਸ ਦੇਣੀ ਹੈ, ਨਾ ਕੰਸਲਟੇਸ਼ਨ ਚਾਰजेस ਦੇਣੇ, ਨਾ ਕੋਈ ਕੁਰੀਅਰ ਚਾਰजेस ਦੇਣੇ, ਨਾ ਕੋਈ ਇੰਟਰਵਿਊ ਪ੍ਰੈਪਰੇਸ਼ਨ ਦੇ ਪੈਸੇ ਦੇਣੇ। ਸਾਰੀ ਦੀ ਸਾਰੀ ਪੇਮੈਂਟ ਤੁਸੀਂ ਵੀਜ਼ਾ ਤੋਂ ਬਾਅਦ, ਬਟ ਉਹਨਾਂ ਸਟੂਡੈਂਟਸ ਲਈ ਜਿਨ੍ਹਾਂ ਨੇ ਟੈਕਨੀਕਲ ਬੈਕਗਰਾਊਂਡ ਤੋਂ
ਆਪਣੀ ਗ੍ਰੈਜੂਏਸ਼ਨ ਕੰਪਲੀਟ ਕੀਤੀ ਹੈ ਓਕੇ ਜੀ। ਵੈਸੇ ਨਾਰਮਲੀ ਕਿੰਨਾ ਕਾ ਖਰਚਾ ਆ ਜਾਂਦਾ ਯੂਐਸ ਸਟੱਡੀ ਵੀਜ਼ਾ ਔਨ ਦੇ ਉੱਪਰ? ਐਵਰੇਜ ਇੱਕ I-20 ਦੇ ਨਾਲ ਅਗਰ ਸਟੂਡੈਂਟ ਅਪਲਾਈ ਕਰਦਾ ਤੇ 55-60 ਹਜ਼ਾਰ ਰੁਪਏ ਦਾ ਖਰਚਾ ਬਿਫੋਰ ਵੀਜ਼ਾ ਜਿਹੜਾ ਸਟੂਡੈਂਟ ਦਾ ਹੋ ਜਾਂਦਾ। ਔਰ ਔਨ ਐਵਰੇਜ ਟਿਊਸ਼ਨ ਫੀਸ ਜਿਹੜੀ ਹੈ ਉਹ 8-9 ਲੱਖ ਰੁਪਏ 6 ਮੰਥ ਦੀ ਟਿਊਸ਼ਨ ਫੀ ਰਹਿੰਦੀ ਹੈ। ਐਂਡ ਆਮ ਸ਼ੋਰ ਕਿ ਤੁਸੀਂ ਇੰਟਰਵਿਊ ਦੀ ਪ੍ਰੀਪਰੇਸ਼ਨ ਵਗੈਰਾ ਕਰਾ ਰਹੇ ਹੋ ਸਟੂਡੈਂਟਸ ਨੂੰ ਜਿਹੜੇ ਤੁਹਾਡੇ ਕੋਲੋਂ ਲਗਾਣੇ ਆ ਤਾਂ ਡੈਫੀਨਿਟਲੀ ਫਰਮ ਦਾ ਕੋਰ ਆਫ ਆਰ ਹਾਰਟ। ਅੱਛਾ ਟਾਈਮ ਕਿੰਨਾ ਹੈਗਾ ਹੁਣ ਯੂਐਸ ਸਟੱਡੀ ਵੀਜ਼ਾ ਦੇ ਵਾਸਤੇ? ਇਨਟੇਕ ਕਿਹੜਾ ਹੈ? ਮਲਟੀਪਲ ਪ੍ਰੋਸੈਸਿੰਗ ਨੂੰ ਇਨਟੇਕ ਕਿੰਨਾ ਹੈ। ਟਾਈਮ? ਜਨਵਰੀ ਇਨਟੇਕ ਇਜ਼ ਆਲਮੋਸਟ ਕਲੋਜ਼ਡ ਨਾਓ, ਰੀਜ਼ਨ ਬੀਇੰਗ ਕਿ ਹਲੇ ਜਿਨ੍ਹਾਂ ਦੇ ਬੱਚਿਆਂ ਦੇ I-20 ਆਉਣ ਨੂੰ 2 ਤੋਂ 3 ਵੀਕ ਦਾ ਟਾਈਮ ਪ੍ਰੋਸੈਸਿੰਗ ਟਾਈਮ ਲੱਗ ਰਿਹਾ। ਫਿਰ ਅਪਾਇੰਟਮੈਂਟਸ ਦੀ ਅਵੇਲੇਬਿਲਿਟੀ ਨੂੰ ਦੇਖਦੇ ਹੋਏ ਜਨਵਰੀ ਇਨਟੇਕ ਦਾ ਕੋਈ ਬੈਨੀਫਿਟ ਨਹੀਂ ਹੈ। ਮਈ ਔਰ ਜੁਲਾਈ ਇਨਟੇਕ ਜਿਹੜੇ ਹੈਗੇ ਆ ਅਪਕਮਿੰਗ ਇਨਟੇਕ ਹੈ ਜਿਨ੍ਹਾਂ ਦੇ ਉੱਪਰ ਵਿਸ਼ਵਾਸ ਇੰਟਰਨੈਸ਼ਨਲ ਦੀ ਟੀਮ ਕੰਮ ਕਰ ਰਹੀ ਹੈ। ਔਰ ਇੱਕ ਚੀਜ਼ ਇਹ ਵੀ ਹੈ ਕਿ ਅਗਰ ਤੁਸੀਂ ਜਨ ਇਨਟੇਕ ਨੂੰ ਫੋਕਸ ਕਰਕੇ ਚੱਲੋਗੇ ਤਾਂ ਡਜ਼ਨਟ ਮੇਕ ਐਨੀ ਸੈਂਸ ਟੂ ਗੋ ਫॉर ਜਨ ਇਨਟੇਕ, ਕਿਉਂਕਿ ਤਾਂ ਤੱਕ ਤੁਹਾਡੀ ਸ਼ਾਇਦ ਕਮੈਂਸਮੈਂਟ ਡੇਟ ਜਾਂ ਤਾਂ ਨਿਕਲ ਚੁੱਕੀ ਹੋਏਗੀ ਜਾਂ ਨਿਕਲਣ ਵਾਲੀ ਹੋਏਗੀ ਜਾਂ ਨੀਅਰ ਬਾਏ ਹੋਏਗੀ, ਤਾਂ ਕੋਈ ਫਾਇਦਾ ਨਹੀਂ ਹੈ ਉਸ ਚੀਜ਼ ਨੂੰ ਅਪਲਾਈ ਕਰਨ ਦਾ। ਤਾਂ ਫੋਕਸ ਕਰੋ ਜਿਹੜਾ ਕਮਿੰਗ ਇਨਟੇਕ ਹੈ ਜੀ। ਅੱਛਾ ਸਟੂਡੈਂਟ ਦੇ ਵੱਲੋਂ ਚੋਇਸ ਰੱਖੀ ਜਾ ਰਹੀ ਹੈ ਵੀ ਮੈਂ ਅਮਰੀਕਾ ਜਾਣਾ ਹੈ, ਜਾਂ ਫਿਰ ਅਕੋਰਡਿੰਗ ਟੂ ਪ੍ਰੋਫਾਈਲ ਕਿ ਹਾਂਜੀ ਉਹਨੂੰ ਇਹ ਕਹਿਣਾ ਕਿ ਹਾਂਜੀ ਨਹੀਂ ਯਾਰ ਇਹ ਤੁਹਾਡੀ ਪ੍ਰੋਫਾਈਲ ਜਿਹੜੀ ਹੈ ਇਹਦੇ ਵਾਸਤੇ ਸੂਟੇਬਲ ਹੈ, ਇੱਥੋਂ ਦਾ ਸਾਨੂੰ ਵੀਜ਼ਾ ਮਿਲ ਸਕਦਾ ਸੋ ਤੁਸੀਂ ਇੱਥੇ ਅਪਲਾਈ ਕਰੋ? ਇੱਥੇ ਉਹ ਮੰਨਦੇ ਨੇ, ਐਗਰੀ ਕਰ ਰਹੇ ਨੇ ਇਸ ਚੀਜ਼ ਤੋਂ? ਇੱਥੇ ਵੀ ਨਾ 2 ਚੀਜ਼ਾਂ ਹੈਗੀਆਂ ਕਵਿਤਾ ਮੈਡਮ। ਦੇਖੋ ਅਨਫੋਰਚੂਨੇਟਲੀ ਜਿਹੜਾ ਸਾਡੇ ਕੋਲ ਫੁੱਟਫਾਲ ਹੈ, ਜਿਹੜਾ ਆਪਣੇ ਰੀਜਨ ਤੋਂ ਆਪਣੇ ਏਰੀਆ ਤੋਂ ਜਿਹੜਾ ਫੁੱਟਫਾਲ ਹੈ, ਜਿਹੜਾ ਸਟੂਡੈਂਟ ਆ ਉਹ ਕਹਿੰਦਾ ਕਿ ਮੈਂ US ਜਾਣਾ ਭਾਵੇਂ ਜਿਹੜੀ ਮਰਜ਼ੀ ਯੂਨੀਵਰਸਿਟੀ ਦੇ ਦਿਓ। ਬਟ ਸਾਡੀ ਦਿੱਲੀ ਆਫਿਸ ਜਾਂ UK ਆਫਿਸ ਤੋਂ ਜਿਹੜੀ ਲੀਡਸ ਲੱਗਦੀਆਂ ਉੱਥੇ ਸਾਊਥ ਇੰਡੀਅਨ ਸਟੂਡੈਂਟਸ ਆਉਂਦਾ, ਦਿੱਲੀ, ਬੰਗਲੌਰ, ਹੈਦਰਾਬਾਦ ਔਰ ਚੇਨਈ ਉਸ ਸਾਈਡ ਦਾ ਸਟੂਡੈਂਟ ਆਉਂਦਾ। ਦੇ ਆਰ ਵੈਰੀ ਮਚ ਚੂਜ਼ੀ। ਉਹ ਸਟੂਡੈਂਟ ਆਪ ਉਹਨੇ R&D ਕੀਤੀ ਹੁੰਦੀ ਹੈ, ਸਾਨੂੰ ਆਪ ਦੱਸਦਾ ਕਿ ਹਾਂ ਭਾਜੀ ਮੈਂ ਇਹ ਵਾਲਾ ਇਸ ਕੋਰਸ ਦੇ ਵਿੱਚ ਇਹ ਵਾਲੀ ਯੂਨੀਵਰਸਿਟੀ ਦੇ ਵਿੱਚ ਇੱਥੇ ਜਾਣਾ। ਇੱਥੇ ਵਾਲਾ ਸਟੂਡੈਂਟ ਕਹਿੰਦਾ ਜੀ ਇਹ ਪੇ ਕਾਗਜ਼ ਮੈਨੂੰ ਦੱਸੋ ਵੀ ਵੀਜ਼ਾ ਮੇਰਾ ਹੋ ਜਾਏਗਾ ਕਿ ਨਹੀਂ ਹੋ ਜਾਏਗਾ। ਬਾਕੀ ਨੋ ਡਾਊਟ ਇੱਥੇ ਇੱਕ ਅਨਫੋਰਚੂਨੇਟਲੀ ਇੱਕ ਸਾਡੀ ਪ੍ਰੈਕਟਿਸ ਦੇ ਅੰਦਰ ਇੱਕ ਨੈਗੇਟਿਵ ਜਿਹੜਾ ਫੀਡਬੈਕ ਰਹਿੰਦਾ ਉਹ ਇਹ ਚੀਜ਼ ਦੀ ਵੀ ਰਹਿੰਦੀ ਹੈ ਕਿ ਜਿਸ ਤਰ੍ਹਾਂ ਉਹਨੇ ਤੁਸੀਂ ਗੱਲ ਕੀਤੀ, ਜਿਹੜਾ ਤੁਹਾਡਾ ਐਕਚੁਅਲ ਸਵਾਲ ਸੀਗਾ ਕਿ ਜੇਕਰ ਸਟੂਡੈਂਟ ਅਮਰੀਕਾ ਲਈ ਆਇਆ, US ਲਈ ਆਇਆ, ਭਾਵੇਂ ਉਹਦੇ 33% ਨੰਬਰ ਹੈ, ਅਗਰ ਮੈਂ ਉਹਨੂੰ ਗਾਈਡ ਕਰਾਂਗਾ ਨਾ ਕਿ ਵੀ ਤੂੰ ਯੂਰਪ ਚਲਾ ਜਾ, ਕਿਉਂਕਿ ਸਾਡੀ ਕੰਪਨੀ ਮਾਲਟਾ ਹੋ ਗਿਆ, ਪੋਲੈਂਡ ਹੋ ਗਿਆ, ਗ੍ਰੀਸ ਦੇ ਅੰਦਰ ਵੀ ਡੀਲ ਕਰਦੀ ਹੈ ਜਿਹਦੇ ਵਿੱਚ ਲੋ ਪ੍ਰੋਫਾਈਲ ਬੱਚੇ ਐਕਸੈਪਟੇਬਲ ਆ ਔਰ ਇੱਥੇ ਵੀ ਤੁਸੀਂ ਫੁੱਲ ਪੇਮੈਂਟ ਆਫਟਰ ਵੀਜ਼ਾ ਦੇ ਕੇ ਜਾ ਸਕਦੇ ਹੋ। ਪਰ ਬੱਚਾ ਉੱਠ ਕੇ ਚਲਾ ਜਾਂਦਾ, ਮਾਈਂਡ ਸੈਟ ਉਹਦਾ ਹੋ ਜਾਂਦਾ ਕਿ ਯਾਰ ਮੈਂ ਅਮਰੀਕਾ ਵਾਸਤੇ ਆਇਆ, ਮੈਨੂੰ ਮਾਲਟਾ ਔਰ ਗ੍ਰੀਸ ਭੇਜੀ ਜਾ ਰਿਹਾ, ਤੇ ਉਹ ਮੁੜ ਕੇ ਆਏਗਾ ਨਹੀਂ, ਕਿਤੇ ਨਾ ਕਿਤੇ ਹੋਰ ਚਲਾ ਜਾਏਗਾ। ਜਦਕਿ ਡਿਊਰਿੰਗ ਆਵਰ ਕਾਉਂਸਲਿੰਗ ਦੇਖੋ ਸਾਨੂੰ ਇੰਨਾ ਇੱਕ ਤਜਰਬਾ ਹੈਗਾ, ਸਾਨੂੰ ਸਾਡੀ ਟੀਮ ਨੂੰ ਕਿ ਅਸੀਂ ਗੱਲ ਕਰਨ ਤੋਂ 5-10 ਮਿੰਟ ਬਾਅਦ ਇਹ ਦੱਸ ਸਕਦੇ ਹਾਂ ਕਿ ਤੁਹਾਡੀ ਐਫੀਸ਼ੀਐਂਸੀ ਕਿੰਨੀ ਕੁ ਹੈ। ਐਜ਼ ਆਈ ਟੋਲਡ ਯੂ ਅਰਲੀਅਰ, ਪਰਸਨੈਲਿਟੀ ਮੈਟਰ ਕਰਦੀ ਹੈ, ਪਰਸੈਂਟੇਜ ਮੈਟਰ ਨਹੀਂ ਕਰਦੀ, ਠੀਕ ਹੈ। ਕੌਨਫੀਡੈਂਸ ਮੈਟਰ ਕਰਦਾ, ਆਇਲਸ ਦਾ ਸਕੋਰ ਮੈਟਰ ਨਹੀਂ ਕਰਦਾ, IQ ਲੈਵਲ ਮੈਟਰ ਕਰਦਾ, ਇਹ ਮੈਟਰ ਨਹੀਂ ਕਰਦਾ ਕਿ ਤੁਹਾਡਾ ਬੈਂਕ ਬੈਲੈਂਸ ਕਿੰਨਾ ਵੱਡਾ ਪਿੱਛੇ, ਫੈਮਿਲੀ ਬੈਕਗ੍ਰਾਉਂਡ ਮੈਟਰ ਨਹੀਂ ਕਰਦਾ। ਤੇ ਉਹ ਸਾਰੀਆਂ ਚੀਜ਼ਾਂ ਅਗਰ ਉਹ ਸਾਰੇ ਕੁਆਲਿਟੀਜ਼ ਅਗਰ ਬੱਚੇ ਦੇ ਵਿੱਚ ਨਹੀਂ ਹੈਗੀ ਤੇ ਫਿਰ ਉਹ ਬੱਚੇ ਦਾ ਕੋਈ ਫਾਇਦਾ ਨਹੀਂ ਹੈ, ਕਿਉਂਕਿ ਅਨਨੈਸੈਸਰੀ ਵੀ ਵਾਂਟ ਟੂ ਵੇਸਟ ਆਵਰ ਟਾਈਮ ਐਂਡ ਯੋਰਸ ਐਜ਼ ਵੈਲ। ਕਿਉਂਕਿ ਦੇਖੋ ਕੱਲ ਨੂੰ ਅਗਰ ਰਿਫਿਊਜ਼ਲ ਆਏਗੀ ਤਾਂ ਕਿਤੇ ਨਾ ਕਿਤੇ ਕੱਲ ਨੂੰ ਵਿਸ਼ਵਾਸ ਦਾ ਨਾਮ ਹੀ ਖਰਾਬ ਹੋਏਗਾ। ਸਟੂਡੈਂਟ ਇਹ ਨਹੀਂ ਕਹਿੰਦਾ ਕਿ ਮੈਂ ਬੋਲ ਨਹੀਂ ਪਾਇਆ ਸੀਗਾ, ਸਟੂਡੈਂਟ ਇਹ ਕਹਿੰਦਾ ਯਾਰ ਵਿਸ਼ਵਾਸ ਤੋਂ ਵੀਜ਼ਾ ਕਰਾਇਆ ਸੀ ਐਂਡ ਆਈ ਗਾਟ ਰਿਫਿਊਜ਼ਡ। ਜੀ ਸੋ ਜਿੱਥੇ ਤਾਂ ਅਸੀਂ ਆਸਟ੍ਰੇਲੀਆ ਦੀ ਗੱਲ ਕੀਤੀ, US ਦੀ ਗੱਲ ਕੀਤੀ ਜੀ, ਲਾਸਟ ਦੇ ਵਿੱਚ ਜਾਂਦੇ ਜਾਂਦੇ ਅਸੀਂ ਕੈਨੇਡਾ ਜੋ ਕਿ ਤੁਹਾਡੇ ਵਾਸਤੇ ਇੱਕ ਹੋਰ ਵੱਡੀ ਨਿਊਜ਼ ਲੈ ਕੇ ਆਏ ਨੇ। ਕੈਨੇਡਾ ਨਹੀਂ, ਆਈ ਥਿੰਕ ਸੋ ਵਿਸ਼ਵਾਸ ਇੰਟਰਨੈਸ਼ਨਲ ਲੈ ਕੇ ਆਏ ਨੇ। ਦੇਖੋ ਜੀ, ਕੈਨੇਡਾ ਦੇ ਲਈ ਸਾਡੇ ਕੋਲ ਇੱਕ ਅੱਛੀ ਆਪਸ਼ਨ ਇਹ ਹੈ ਕਿ ਉਹ ਸਟੂਡੈਂਟ ਜੋ ਕਿ ਅਲਗੋਮਾ ਯੂਨੀਵਰਸਿਟੀ ਦੇ ਵਿੱਚ ਕਮਿੰਗ ਇਨਟੇਕ 'ਚ ਅਪਲਾਈ ਕਰਨਾ ਚਾਹੁੰਦੇ ਆ, ਉਹਨਾਂ ਨੂੰ ਨਾ ਸਿਰਫ ਵਿਦਿਨ 15 ਵਰਕਿੰਗ ਡੇਜ਼ ਆਪਾਂ ਕਨਫਰਮਡ ਆਫਰ ਲੈਟਰ ਦਿਆਂਗੇ, ਬਲਕਿ ਆਫਰ ਲੈਟਰ ਦੇ ਚਾਰजेस ਵੇਵ ਆਫ ਰਹਿਣਗੇ, ਕੋਈ ਕੰਸਲਟੇਸ਼ਨ ਚਾਰजेस ਨਹੀਂ ਲਿੱਤੇ ਜਾਣਗੇ, ਨਾਲ ਦੇ ਨਾਲ ਤੁਹਾਡੀ ਐਮਬੈਸੀ ਫੀਸ ਜਿਹੜੀ ਆਫਟਰ ਵੀਜ਼ਾ ਰਿਫੰਡੇਬਲ ਹੈ। ਗ੍ਰੇਟ। ਸੋ ਆਮ ਸ਼ੋਰ ਜੀ ਹੁਣ ਸਟੂਡੈਂਟਸ ਜਿਹੜੇ ਕਿ ਅਲਗੋਮਾ ਯੂਨੀਵਰਸਿਟੀ ਦੇ ਵਿੱਚ ਐਡਮਿਸ਼ਨ ਚਾਹੁੰਦੇ ਨੇ, ਤੁਹਾਡੇ ਵਾਸਤੇ ਮੌਕਾ। ਸੋ ਫਿਲਹਾਲ ਤੁਸੀਂ ਨੰਬਰਸ ਉੱਤੇ ਕਾਲ ਕਰਕੇ ਜੀ ਵਧੇਰੀ ਇਨਫੋਰਮੇਸ਼ਨ ਜ਼ਰੂਰ ਕਲੈਕਟ ਕਰ ਸਕਦੇ ਹੋ। ਸੋ ਥੈਂਕ ਯੂ ਸੋ ਮਚ ਫॉर ਬੀइंग ਵਿਦ ਅਸ ਸਰ। ਥੈਂਕ ਯੂ। ਇਸੇ ਦੇ ਨਾਲ ਜੀ ਦਿਓ ਇਜਾਜ਼ਤ, ਨੈਕਸਟ ਟਾਈਮ ਫਿਰ ਮੁਲਾਕਾਤ करते हैं देश परदेश लाइव प्रोग्राम देखते रहा करो। धन्यवाद।